Good morning, students. Today I am discuss about to the class 11th commerce students. This is a third book which is name is the business study. In the commerce we have three subject which has been related. First is accountancy, second was business economy, and last one is a business study. So we are talking about to the business studies. Start from this session. This is the first chapter of to the this book is nature and purpose of to the business. ਸੈਸ਼ਨ ਦੇ ਵਿੱਚ ਜਿਹੜਾ ਅਸੀਂ ਗੱਲ ਕਰਾਂਗੇ ਉਹ ਹੈ ਬਿਜ਼ਨਸ ਐਕਟੀਵਿਟੀਜ਼। ਪਹਿਲਾਂ ਹੈਗਾ ਬਿਜ਼ਨਸ ਕੀ ਹੁੰਦਾ ਵਾ ਜਾਂ ਬਿਜ਼ਨਸ ਐਕਟੀਵਿਟੀਜ਼ ਕੀ ਹੁੰਦੀਆਂ ਨੇ। ਤਾਂ ਸਭ ਤੋਂ ਪਹਿਲਾਂ ਅਸੀਂ ਡਿਸਕਸ ਕਰਾਂਗੇ ਬਿਜ਼ਨਸ ਜਿਹੜੇ ਐਕਟੀਵਿਟੀਜ਼ ਨੇ ਉਹ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਨੇ। ਬਿਜ਼ਨਸ ਐਕਟੀਵਿਟੀਜ਼ ਨੂੰ ਅਸੀਂ ਹਿਊਮਨ ਐਕਟੀਵਿਟੀਜ਼ ਵੀ ਕਹਿੰਦੇ ਹਾਂ। ਹਿਊਮਨ ਐਕਟੀਵਿਟੀਜ਼ ਦਾ ਮਤਲਬ ਕੀ ਹੁੰਦਾ ਵੀ ਕੁਛ ਅਜਿਹੇ ਕੰਮ ਕਰਨਾ ਜਿਹਦੇ ਨਾਲ ਸਾਡੀ ਕੋਈ ਅਰਨਿੰਗ ਹੋਵੇ। ਬਿਜ਼ਨਸ ਕੀ ਹੁੰਦਾ, ਬਿਜ਼ਨਸ ਅਸੀਂ ਤਾਂ ਕਰਦੇ ਹਾਂ ਤਾਂ ਜੋ ਸਾਨੂੰ ਕੁਛ ਨਾ ਕੁਛ ਪੈਸੇ ਅਰਨ ਕਰ ਸਕੀਏ। ਤਾਂ ਹਿਊਮਨ ਐਕਟੀਵਿਟੀਜ਼ ਨੂੰ ਉਹਨਾਂ ਨੇ ਦੋ ਪਾਰਟਸ ਦੇ ਵਿੱਚ ਵੰਡਿਆ, ਇੱਕ ਹੁੰਦਾ ਇਕਨੋਮਿਕ ਐਕਟੀਵਿਟੀ, ਇੱਕ ਹੁੰਦਾ ਨਾਨ ਇਕਨੋਮਿਕ ਐਕਟੀਵਿਟੀ। ਇਕਨੋਮਿਕ ਐਕਟੀਵਿਟੀ ਉਹਨੂੰ ਕਿਹਾ ਜਾਂਦਾ ਜਿਹਦੇ ਵਿੱਚ ਅਸੀਂ ਸਿਰਫ ਪੈਸੇ ਨਾਲ ਡੀਲ ਕਰਦੇ ਹਾਂ, ਜਾਣੀ ਕਿ ਮੈਂ ਇੱਕ ਚੀਜ਼ ਬਣਾਈ ਅਤੇ ਉਹਨੂੰ ਵੇਚਤਾ, ਵੇਚਣ ਤੋਂ ਬਾਅਦ ਜਿਹੜੇ ਪੈਸੇ ਅਰਨ ਹੋਏ ਉਹ ਮੇਰੀ ਕੀ ਹੋ ਜਾਏਗੀ, ਇਕਨੋਮਿਕ ਐਕਟੀਵਿਟੀ ਹੋ ਜਾਏਗੀ। ਅਤੇ ਨਾਨ ਇਕਨੋਮਿਕ ਐਕਟੀਵਿਟੀ ਕਿਹੜੀਆਂ ਹੁੰਦੀਆਂ ਨੇ, ਉਹ ਐਕਟੀਵਿਟੀਜ਼ ਜਿਨ੍ਹਾਂ ਦੇ ਨਾਲ ਮੇਰੀ ਕੋਈ ਵੀ ਗੇਨਿੰਗ ਨਹੀਂ ਹੋਏਗੀ। ਠੀਕ ਹੈ ਜੀ। ਮੈਂ ਜਾਣੀ ਕਿ ਕੀ ਆ, ਮੈਂ ਕੋਈ ਚੀਜ਼ ਬਣਾਈ, ਉਹਨੂੰ ਕੀ ਆ ਚੈਰਿਟੀ ਕਰਤੀ ਜਾਂ ਕੀ ਆ ਫ੍ਰੀ ਆਫ ਕਾਸਟ ਦੇ ਉੱਤੇ ਕਿਸੇ ਨੂੰ ਦੇ ਦਿੱਤਾ, ਤਾਂ ਉਹ ਕੀ ਹੋਏਗੀ ਨਾਨ ਇਕਨੋਮਿਕ ਐਕਟੀਵਿਟੀ। ਜਿਹਨੂੰ ਮੈਂ ਕੋਈ ਵੀ ਐਕਟੀਵਿਟੀ ਕੀਤੀ ਪਰ ਉਹਦੇ ਵਿੱਚੋਂ ਕੋਈ ਵੀ ਇਨਕਮ ਜਨਰੇਟ ਨਾ ਹੋਵੇ, ਉਹਨੂੰ ਅਸੀਂ ਕਿਹਦੇ ਵਿੱਚ ਲੈ ਲੈਂਦੇ ਹਾਂ, ਕਿਹੜੀ ਕੈਟਾਗਰੀ ਵਿੱਚ ਲੈ ਲੈਂਦੇ ਹਾਂ, ਨਾਨ ਇਕਨੋਮਿਕ ਐਕਟੀਵਿਟੀਜ਼ ਦੇ ਵਿੱਚ ਲੈ ਲੈਂਦੇ ਹਾਂ। ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਵੇਗਾ। ਗੱਲ ਕਰੀਏ ਹਿਊਮਨ ਐਕਟੀਵਿਟੀ, ਉਹ ਐਕਟੀਵਿਟੀਆਂ The human activity is an activity performed by the human beings to meet their needs and wants or may be their personal satisfaction। ਵੀ ਜਿਹੜਾ ਹਿਊਮਨ ਐਕਟੀਵਿਟੀ ਆ ਉਹ ਕਿਹੜੀ ਐਕਟੀਵਿਟੀ ਹੁੰਦੀ ਆ ਵੀ ਜਿਹੜੀਆਂ ਉਹਨੇ ਰੋਜ਼ਮर्रा ਦੀਆਂ ਜ਼ਰੂਰਤਾਂ ਜਾਂ ਉਹਦੀਆਂ ਇੱਛਾਵਾਂ ਨੂੰ ਪੂਰੀਆਂ ਕਰਦੀ ਆ, ਉਹਨੂੰ ਅਸੀਂ ਕਹਿੰਦੇ ਹਾਂ ਹਿਊਮਨ ਐਕਟੀਵਿਟੀਜ਼। ਲਾਈਕ ਵੀ ਮੈਂ ਆ, ਸਾਨੂੰ ਕੀ ਆ ਖਾਣ ਪੀਣ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਆ, ਪੀਣ ਦੇ ਲਈ ਪਾਣੀ ਚਾਹੀਦਾ ਵਾ, ਖਾਣ ਦੇ ਲਈ ਸਾਨੂੰ ਰੋਟੀ ਚਾਹੀਦੀ ਆ, ਤਾਂ ਸਾਨੂੰ ਕੀ ਆ ਫਲੋਰਸ ਜਾਂ ਹੋਰ ਵੀ ਚੀਜ਼ਾਂ ਨੇ ਜਿਵੇਂ ਬੇਕਰੀਜ਼ ਪ੍ਰੋਡਕਟਸ ਹੋ ਗਏ, ਇਹ ਸਾਨੂੰ ਜ਼ਰੂਰੀ ਨੇ ਤਾਂ ਜੋ ਅਸੀਂ ਆਪਣੇ ਆਪ ਨੂੰ ਸੈਟੀਫਾਈ ਕਰ ਸਕੀਏ, ਆਪਣਾ ਜਿਉਣ ਦੇ ਲਈ ਜਾਣੀ ਕਿ ਆਪਣਾ ਢਿੱਡ ਭਰ ਸਕੀਏ। ਤਾਂ ਉਹਨਾਂ ਨੂੰ ਅਸੀਂ ਕਹਿੰਦੇ ਹਿਊਮਨ ਐਕਟੀਵਿਟੀ। ਮੈਂ ਤੁਹਾਨੂੰ ਦੱਸਿਆ ਸੀ ਦੋ ਟਾਈਪਸ ਦੀਆਂ ਹੁੰਦੀਆਂ ਨੇ, ਇਕਨੋਮਿਕ ਐਕਟੀਵਿਟੀ ਜਿਨ੍ਹਾਂ ਦਾ ਮੇਨ ਮੋਟਿਵ ਕੀ ਹੁੰਦਾ ਪੈਸੇ ਅਰਨ ਕਰਨਾ ਵਾ, ਜਿਵੇਂ ਕਿ ਸ਼ੌਪਕੀਪਰਸ ਹੋ ਗਏ ਜਾਂ ਅਸੀਂ ਵੀ ਅਸੀਂ ਕੀ ਆ ਸਾਡਾ ਮੇਨ ਕੰਮ ਕੀ ਹੁੰਦਾ ਵਾ, ਅਸੀਂ ਕੋਈ ਵੀ ਵਰਕ ਕਰਦੇ ਹਾਂ ਤਾਂ ਸਾਡਾ ਮੇਨ ਮੋਟਿਵ ਕੀ ਹੁੰਦਾ ਪੈਸੇ ਅਰਨ ਕਰਨਾ, ਕਿਉਂਕਿ ਪੈਸੇ ਅਰਨ ਹੋਣਗੇ ਤਾਂ ਅਸੀਂ ਉਹਨੂੰ ਕਿਤੇ ਵੀ ਯੂਜ਼ ਕਰ ਸਕਦੇ ਹਾਂ, ਆਪਣੇ ਸੈਟੀਫਾਈ ਨੂੰ ਆਪਣੀ ਵਾਂਟਸ ਨੂੰ ਸੈਟੀਫਾਈ ਕਰ ਸਕਦੇ ਹਾਂ। ਨਾਨ ਇਕਨੋਮਿਕ ਐਕਟੀਵਿਟੀ ਵੀ ਇਹ ਸਿਰਫ ਸਾਡੇ ਕੀ ਆ ਇਮੋਸ਼ਨ ਨੂੰ ਸੈਟੀਫਾਈ ਕਰਦਾ ਹੈ, ਜਿਵੇਂ ਅਸੀਂ ਕੀ ਆ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਚੈਰਿਟੀ ਕਰਦੀ ਹੈ ਜਾਂ ਕਿਤੇ ਹੋਰ ਜਾ ਕੇ ਦਾਨ ਪੁੰਨ ਕਰਦੀ ਹੈ, ਤਾਂ ਇਹ ਸਿਰਫ ਸਾਨੂੰ ਇਮੋਸ਼ਨਲੀ ਸੈਟੀਫਾਈ ਕਰਦੇ ਆ, ਇਹਦੇ ਨਾਲ ਅਸੀਂ ਕੋਈ ਵੀ ਮਨੀ ਅਰਨ ਨਹੀਂ ਕਰਦੇ। ਨੈਕਸਟ ਹੈਗਾ ਟਾਈਪਸ ਆਫ ਇਕਨੋਮਿਕ ਐਕਟੀਵਿਟੀ। ਹੁਣ ਜਿਹੜੀਆਂ ਨਾਨ ਇਕਨੋਮਿਕ ਐਕਟੀਵਿਟੀਆਂ ਉਹਨਾਂ ਦੇ ਕੋਈ ਡਿਵਾਈਡਸ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹਦੇ ਵਿੱਚ ਸਾਨੂੰ ਕੋਈ ਪੈਸੇ ਅਰਨ ਨਹੀਂ ਹੋਣੇ। ਬਟ ਇਕਨੋਮਿਕ ਐਕਟੀਵਿਟੀ ਜਿਹੜੀਆਂ ਨੇ ਉਹ ਤਿੰਨ ਤਰ੍ਹਾਂ ਦੀਆਂ ਵੰਡੀਆਂ ਗਈਆਂ ਨੇ, ਇੱਕ ਹੁੰਦਾ ਪ੍ਰੋਫੈਸ਼ਨ, ਇੰਪਲੋਇਮੈਂਟ ਐਂਡ ਬਿਜ਼ਨਸ। ਸਟਾਰਟ ਕਰਦੇ ਹਾਂ ਬਿਜ਼ਨਸ। ਬਿਜ਼ਨਸ ਕੀ ਹੁੰਦਾ ਵਾ, ਬਿਜ਼ਨਸ ਰੈਫਰਸ ਟੂ ਦੀ ਰੈਗੂਲਰ ਐਕਟੀਵਿਟੀ ਆਫ ਦੀ ਸੇਲ ਆਫ ਦੀ ਗੁੱਡਸ ਵਿਚ ਹੈਜ਼ ਬੀਨ ਆਈਦਰ ਪ੍ਰੋਡਿਊਸ ਔਰ ਪ੍ਰੋਕਿਊਰਡ ਐਂਡ ਰੈਂਡਰਿੰਗ of the service on to the continuous basis with the motive of to the earning profit while they satisfy their human needs। ਬਿਜ਼ਨਸ ਐਕਟੀਵਿਟੀ ਕਿਹੜੀਆਂ ਹੁੰਦੀਆਂ ਨੇ, ਉਹ ਐਕਟੀਵਿਟੀਆਂ ਜਿਨ੍ਹਾਂ ਵਿੱਚ ਅਸੀਂ ਕੋਈ ਚੀਜ਼ ਬਣਾਉਂਦੇ ਹਾਂ, ਰੈਗੂਲਰਲੀ ਬਣਾਉਂਦੇ ਹਾਂ, ਬਣਾਉਣ ਤੋਂ ਬਾਅਦ ਉਹਨੂੰ ਸੇਲ ਆਊਟ ਕੀਤਾ ਜਾਂਦਾ ਵਾ। ਠੀਕ ਆ, ਇਹ ਕੀ ਹੋ ਸਕਦਾ, ਚੀਜ਼ਾਂ ਅਸੀਂ ਬਣਾ ਸਕਦੇ ਹਾਂ, ਅਸੀਂ ਨਹੀਂ ਵੀ ਬਣਾਉਂਦੇ ਬਟ ਕੀ ਆ ਉਹਨੂੰ ਅੱਗੇ ਰੀਸੇਲ ਕਰ ਦਿੰਦੇ ਹਾਂ। ਤਾਂ ਇਹ ਸਾਰੀਆਂ ਐਕਟੀਵਿਟੀਆਂ ਕਿਹਦੇ ਵਿੱਚ ਆਉਂਦੀਆਂ ਨੇ, ਬਿਜ਼ਨਸ ਦੇ ਵਿੱਚ ਆਉਂਦੀਆਂ ਨੇ, ਜਿਹਦਾ ਮੇਨ ਮੋਟਿਵ ਕੀ ਹੁੰਦਾ ਵਾ ਪੈਸੇ ਅਰਨ ਕਰਨਾ ਅਤੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ। ਉਹ ਕੀ ਹੈ ਇੱਕ ਬਿਜ਼ਨਸ ਹੁੰਦਾ। ਫੋਰ ਐਗਜ਼ਾਮਪਲ ਜਿਵੇਂ ਸ਼ੌਪਕੀਪਰਸ ਨੇ, ਹੁਣ ਜਿਹੜੇ ਸ਼ੌਪਕੀਪਰਸ ਲਗਾ ਲਓ ਵੀ ਅਸੀਂ ਕੀ ਆ ਗਾਰਮੈਂਟਸ ਜਾਂ ਫਿਰ ਤੁਸੀਂ ਲਗਾ ਲਓ ਗਾਰਮੈਂਟਸ ਦੀ ਲਗਾ ਲੈਂਦੇ ਹਾਂ, ਗਾਰਮੈਂਟਸ ਦੀ ਸ਼ੌਪਸ ਆ, ਤਾਂ ਗਾਰਮੈਂਟ ਦੀ ਸ਼ੌਪ ਦੇ ਵਿੱਚ ਉਹ ਕੋਈ ਵੀ ਮੈਨੂਫੈਕਚਰਿੰਗ ਨਹੀਂ ਕੀਤੀ ਜਾਂਦੀ। ਉੱਥੇ ਕੀ ਹੁੰਦਾ ਵਾ ਤੁਹਾਨੂੰ ਮੈਨੂਫੈਕਚਰ ਕੀਤੇ ਹੋਏ ਜਿਹੜੇ ਕਲੋਥਸ ਨੇ ਉਹ ਲਿਆਂਦੇ ਜਾਂਦੇ ਆ, ਤੁਸੀਂ ਸਿਰਫ ਉਹਨੂੰ ਸੇਲ ਕਰਦੇ ਹੋ ਅਤੇ ਉਹਦੇ ਵਿੱਚੋਂ ਪੈਸੇ ਅਰਨ ਕਰਦੇ ਹੋ। ਤਾਂ ਇਹ ਕੀ ਇੱਕ ਤਰ੍ਹਾਂ ਦਾ ਬਿਜ਼ਨਸ ਆ। ਤਾਂ ਇਹਦੇ ਵਿੱਚ ਐਗਜ਼ਾਮਪਲ ਦਿੱਤੀਆਂ ਨੇ ਜਿਵੇਂ ਐਜੂਕੇਸ਼ਨਲ ਇੰਸਟੀਟਿਊਸ਼ਨਸ, ਕਾਰਸ ਮੈਨੂਫੈਕਚਰਰਸ ਐਕਸੈਕਟਰਾ। ਇਹ ਕੀ ਨੇ ਐਗਜ਼ਾਮਪਲ ਨੇ ਬਿਜ਼ਨਸ ਦੀਆਂ। ਕਾਰ ਮੈਨੂਫੈਕਚਰਰਸ ਦੀ ਐਗਜ਼ਾਮਪਲ ਦੇ ਵਿੱਚ ਕੀ ਆ ਵੀ ਉਹ ਕਾਰ ਬਣਾਈ ਜਾਂਦੀ ਆ, ਕਾਰ ਬਣਾਉਣ ਤੋਂ ਬਾਅਦ ਉਹ ਸ਼ੋਅਰੂਮਸ ਦੇ ਵਿੱਚ ਜਾਂਦੀ ਹੈ, ਸ਼ੋਅਰੂਮ ਦੇ ਵਿੱਚ ਕੋਈ ਮੈਨੂਫੈਕਚਰਿੰਗ ਨਹੀਂ ਹੁੰਦੀ, ਮੈਨੂਫੈਕਚਰਿੰਗ ਉਹਦੀ ਫੈਕਟਰੀ ਦੇ ਵਿੱਚ ਹੁੰਦੀ ਆ। ਤਾਂ ਜਿਹੜੇ ਕਾਰ ਮੈਨੂਫੈਕਚਰਰਸ ਹੁੰਦੇ ਆ ਉਹ ਸੇਲ ਕਰਦੇ ਆ ਸ਼ੋਅਰੂਮਸ ਦੇ ਵਿੱਚ, ਅਤੇ ਸ਼ੋਅਰੂਮਸ ਅੱਗੇ ਜਿਹੜਾ ਵਾ ਕਸਟਮਰ ਨੂੰ ਸੇਲ ਆਊਟ ਕਰਦੇ ਆ, ਤਾਂ ਇੱਕ ਤਰ੍ਹਾਂ ਦਾ ਇਹ ਬਿਜ਼ਨਸ ਕ੍ਰੀਏਟ ਹੋ ਜਾਂਦਾ ਵਾ। ਨੈਕਸਟ ਹੈ ਪ੍ਰੋਫੈਸ਼ਨ। ਪ੍ਰੋਫੈਸ਼ਨ ਕੀ ਹੁੰਦਾ ਵਾ, profession is an occupation which is involves rendering of to the personal service to the specified nature।
ਜਿਹੜਾ ਪ੍ਰੋਫੈਸ਼ਨ ਕੀ ਹੁੰਦਾ ਵਾ, ਪ੍ਰੋਫੈਸ਼ਨ ਉਹ ਚੀਜ਼ ਹੁੰਦੀ ਹੈ ਕਿਸੇ ਵੀ ਇੱਕ ਪਰਟੀਕੂਲਰ ਫੀਲਡ ਬਾਰੇ ਤੁਹਾਨੂੰ ਸਪੈਸ਼ਲਾਈਜ਼ਡ ਨੌਲੇਜ ਹੋਵੇ ਤਾਂ ਉਹਨੂੰ ਅਸੀਂ ਪ੍ਰੋਫੈਸ਼ਨ ਦੇ ਵਿੱਚ ਗੇਨ ਕਰਦੇ ਹਾਂ। ਫੋਰ ਐਗਜ਼ਾਮਪਲ ਟੀਚਰ, ਡਾਕਟਰ, lawyer, and any others which has been a greater status in the society. So these are included into their professions. Chartered accountancy, which is also be a very important and repetitive profession in the field of to their commerce. So ਜਿਹੜਾ ਪ੍ਰੋਫੈਸ਼ਨ ਹੁੰਦਾ ਉਹ ਕੀ ਹੁੰਦਾ ਵਾ, ਉਹ ਇੱਕ ਤਰ੍ਹਾਂ ਦੀ ਕਿਸੇ ਬੰਦੇ ਨੂੰ ਪਰਸਨਲ ਸਰਵਿਸ ਪ੍ਰੋਵਾਈਡ ਕਰਨੀ ਆ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਇੱਥੇ ਅੱਜ ਟੀਚ ਕਰ ਰਿਹਾ ਇਹ ਕੀ ਆ, ਮੈਂ ਤੁਹਾਨੂੰ ਸਰਵਿਸ ਪ੍ਰੋਵਾਈਡ ਕਰ ਰਿਹਾ। ਮੈਂ ਕਿਵੇਂ ਪ੍ਰੋਵਾਈਡ ਕਰ ਰਿਹਾ, ਕਿਉਂਕਿ ਮੈਨੂੰ ਇਸ ਚੀਜ਼ ਦੇ ਬਾਰੇ ਨੌਲੇਜ ਆ, ਮੇਰੇ ਕੋਲ ਇਸ ਚੀਜ਼ ਦੀ ਸਪੈਸ਼ਲਾਈਜ਼ਡ ਨੌਲੇਜ ਆ ਵੀ ਮੈਂ ਤੁਹਾਨੂੰ ਕੀ ਆ ਇਸ ਚੀਜ਼ ਨੂੰ ਵਧੀਆ ਢੰਗ ਦੇ ਨਾਲ ਅਤੇ ਸਹੀ ਢੰਗ ਨਾਲ ਪੜ੍ਹਾ ਰਿਹਾ ਵਾਂ, ਅਤੇ ਮੈਂ ਇਸ ਚੀਜ਼ ਨੂੰ ਪ੍ਰੋਵਾਈਡ ਕਰਨ ਦੇ ਬਦਲੇ ਮੈਨੂੰ ਕੀ ਆ, ਮੈਨੂੰ ਸੈਲਰੀ ਪੇ ਹੋ ਰਹੀ ਆ ਜਾਂ ਮੈਨੂੰ ਇਸ ਚੀਜ਼ ਦੀ ਮਨੀ ਮਿਲ ਰਹੀ ਆ। ਤਾਂ ਇਹ ਮੇਰਾ ਕੀ ਬਣ ਜਾਂਦਾ ਪ੍ਰੋਫੈਸ਼ਨ ਦੇ ਵਿੱਚ ਕੀ ਹੋਣਾ ਜ਼ਰੂਰੀ ਆ, ਇੱਕ ਤਾਂ ਤੁਸੀਂ ਸਪੈਸ਼ਲਾਈਜ਼ਡ ਹੋਣੇ ਚਾਹੀਦੇ ਆਪਣੇ ਫੀਲਡ ਦੇ ਵਿੱਚ। ਜਿਵੇਂ ਕਿ ਇੱਕ ਡਾਕਟਰ ਆ, ਡਾਕਟਰ ਨੂੰ ਆਪਣੇ ਫੀਲਡ ਦੇ ਵਿੱਚ ਉਹ ਸਪੈਸ਼ਲਾਈਜ਼ਡ ਆ, ਉਹ ਸਾਨੂੰ ਮੈਡੀਸਨ ਦਿੰਦਾ ਵਾ ਜਾਂ ਫਿਰ ਸਾਡੇ ਹੋਰ ਟਰੀਟਮੈਂਟਸ ਕਰਦਾ ਵਾ, ਤਾਂ ਇਸ ਦਾ ਮਤਲਬ ਕੀ ਆ ਉਹਨੂੰ ਕੋਈ ਰਿਪਲੇਸ ਨਹੀਂ ਕਰ ਸਕਦਾ, ਅਤੇ ਉਹਦੇ ਕੋਲ ਇੱਕ ਸਿਸਟਮੈਟਿਕ ਨੌਲੇਜ ਹੁੰਦੀ ਆ ਅਤੇ ਉਹਦੇ ਬੇਸ ਦੇ ਉੱਤੇ ਉਹ ਪੈਸੇ ਅਰਨ ਕਰਦਾ ਵਾ। ਤਾਂ ਇਹਨੂੰ ਕੀ ਕਿਹਾ ਜਾਂਦਾ, ਪ੍ਰੋਫੈਸ਼ਨ ਕਿਹਾ ਜਾਂਦਾ ਵਾ। ਨੈਕਸਟ ਹੈਗਾ ਵਾ ਇੰਪਲੋਇਮੈਂਟ ਕੀ ਹੁੰਦਾ ਵਾ। Employment refers to the occupation in which the pupils work for others and gets the remunerated in their returns. ਇੰਪਲੋਇਮੈਂਟ ਕੀ ਹੁੰਦਾ, ਇੱਕ ਤਰ੍ਹਾਂ ਦਾ ਆਕੂਪੇਸ਼ਨ ਹੁੰਦਾ, ਇੱਕ ਕਿੱਤਾ ਹੁੰਦਾ ਵਾ ਜਿਹਦੇ ਲਈ ਅਸੀਂ ਕੀ ਆ ਕਿਸੇ ਬੰਦੇ ਦੇ ਥੱਲੇ ਲੱਗ ਕੇ ਕੰਮ ਕਰਦੇ ਹਾਂ ਅਤੇ ਉਹ ਸਾਡੇ ਕੰਮ ਦੇ ਬਦਲੇ ਸਾਨੂੰ ਕੀ ਕਰਦਾ ਵਾ, ਪੈਸੇ ਦਿੰਦਾ ਵਾ, ਤਾਂ ਉਹਨੂੰ ਅਸੀਂ ਕਹਿੰਦੇ ਹਾਂ ਇੰਪਲੋਇਮੈਂਟ। ਫੋਰ ਐਗਜ਼ਾਮਪਲ ਮੈਂ ਆ, ਮੇਰੇ ਉੱਤੇ ਕੀ ਨੇ ਪ੍ਰਿੰਸੀਪਲ ਸਰ ਨੇ ਜਾਂ ਕੋਈ ਹੋਰ ਆ, ਤਾਂ ਮੈਂ ਇੱਕ ਟੀਚਰ ਐਜ਼ ਏ ਟੀਚਰ ਵਰਕ ਕਰ ਰਿਹਾ ਵਾਂ, ਤਾਂ ਮੇਰੀ ਜਿਹੜੀ ਮੈਂ ਸਰਵਿਸ ਤੁਹਾਨੂੰ ਪ੍ਰੋਵਾਈਡ ਕਰਵਾ ਰਿਹਾ ਵਾਂ ਉਹ ਕੀ ਆਏਗੀ, ਇੰਪਲੋਇਮੈਂਟ ਦੇ ਵਿੱਚ ਆਏਗੀ। ਇੰਪਲੋਇਮੈਂਟ ਕਿਹਦੇ ਅੰਡਰ ਆਏਗੀ, ਪ੍ਰਿੰਸੀਪਲ ਸਰ ਦੇ ਜਾਂ ਸਕੂਲ ਦੇ ਅੰਡਰ ਆਏਗੀ। ਤਾਂ ਇਸ ਤਰੀਕੇ ਨਾਲ ਮੈਨੂੰ ਉਸ ਚੀਜ਼ ਦੇ ਸਰਵਿਸ ਪ੍ਰੋਵਾਈਡ ਕਰਨ ਦੇ ਜਾਂ ਲੋਕਾਂ ਲਈ ਕੰਮ ਕਰਨ ਦੇ ਪੈਸੇ ਮਿਲਦੇ ਆ, ਤਾਂ ਉਹ ਕਿਹਦੇ ਵਿੱਚ ਕਾਊਂਟ ਹੋ ਜਾਏਗੀ, ਇੰਪਲੋਇਮੈਂਟ। ਹੁਣ ਜੇਕਰ ਅਸੀਂ ਇਹਨਾਂ ਨੂੰ ਸਮਰਾਈਜ਼ ਕਰੀਏ ਵੀ ਭਾਈ ਵੀ ਬਿਜ਼ਨਸ ਕੀ ਹੁੰਦਾ, ਪ੍ਰੋਫੈਸ਼ਨ ਕੀ ਹੁੰਦਾ ਅਤੇ ਇੰਪਲੋਇਮੈਂਟ ਕੀ ਹੁੰਦਾ, ਇਹਦਾ ਡਿਫਰੈਂਸ ਸਮਝਿਆ ਜਾਵੇ ਤਾਂ ਜਿਹੜਾ ਸਾਡਾ ਬਿਜ਼ਨਸ ਹੁੰਦਾ ਉਹਦੇ ਵਿੱਚ ਕੀ ਹੁੰਦਾ ਵਾ, ਕੋਈ ਸਪੈਸ਼ਲਾਈਜ਼ਡ ਨੌਲੇਜ ਦੀ ਲੋੜ ਨਹੀਂ ਹੁੰਦੀ, ਜਾਣੀ ਕਿ ਅਨਪੜ੍ਹ ਬੰਦਾ ਵੀ ਉਹ ਚੀਜ਼ ਚਲਾ ਸਕਦਾ। ਜਿਵੇਂ ਸ਼ੌਪਕੀਪਰ ਹੁੰਦੇ ਆ ਜ਼ਿਆਦਾਤਰ, ਉਹ ਕੀ ਹੁੰਦੇ ਆ ਜ਼ਿਆਦਾ ਪੜ੍ਹੇ ਲਿਖੇ ਲੋਕ ਨਹੀਂ ਹੁੰਦੇ। ਬਟ ਪ੍ਰੋਫੈਸ਼ਨ ਦੇ ਵਿੱਚ ਇੱਕ ਹਾਇਰ ਅਤੇ ਸਪੈਸੀਫਾਈਡ ਪਰਸਨ ਚਾਹੀਦਾ, ਉਹਦੇ ਕੋਲ ਪਰਟੀਕੂਲਰ ਨੌਲੇਜ ਹੋਵੇ। ਅਤੇ ਇੰਪਲੋਇਮੈਂਟ ਦੇ ਵਿੱਚ ਵੀ ਜਿਹੜਾ ਪਰਸਨ ਜਿੱਥੇ ਜੋਬ ਕਰਨ ਜਾ ਰਿਹਾ ਉਹਦੀ ਰਿਕੁਆਇਰਮੈਂਟ ਨੂੰ ਪੂਰਾ ਕਰਦਾ ਹੋਵੇ ਤਾਂ ਇਨਫ ਆ। ਤਾਂ ਇਸ ਤਰੀਕੇ ਨਾਲ ਅਸੀਂ ਇਹਨੂੰ ਡਿਫਰੈਂਸ਼ੀਏਟ ਕਰਾਂਗੇ। ਨੈਕਸਟ ਹੈਗਾ ਨਾਨ ਇਕਨੋਮਿਕ ਐਕਟੀਵਿਟੀ। The non-economic activity are the influenced by the love, sympathy, pleasures, emotion, etc. Non-economic activities are undertaken without expectation of any kinds of to the monetary rewards or benefit. Economic activity ਕੀ ਹੁੰਦੀ ਆ, ਉਹ ਐਕਟੀਵਿਟੀ ਜਿਹੜੀ ਕਿ ਸਾਡੇ ਪਿਆਰ, ਦਰਦ ਜਾਂ ਕਿਸੇ ਦੇ ਨਾਲ ਜੁੜੇ ਰਹਿਣ ਦਾ ਜਾਂ ਆਪਣੀਆਂ ਭਾਵਨਾਵਾਂ ਨੂੰ ਵਿਅਕਤ ਕਰਨ ਦਾ ਇੱਕ ਵੇ ਹੁੰਦਾ ਵਾ, ਤਾਂ ਉਹਨੂੰ ਇਕਨੋਮਿਕ ਐਕਟੀਵਿਟੀ, ਨਾਨ ਇਕਨੋਮਿਕ ਐਕਟੀਵਿਟੀ ਦੇ ਵਿੱਚ ਪਾਇਆ ਜਾਂਦਾ ਵਾ। ਇਹਦੇ ਵਿੱਚ ਸਾਡਾ ਕੀ ਹੁੰਦਾ, ਸਾਡਾ ਕੋਈ ਮਤਲਬ ਨਹੀਂ ਹੁੰਦਾ ਵੀ ਸਾਨੂੰ ਪੈਸੇ ਅਰਨ ਹੋ ਰਹੇ ਆ ਕਿ ਨਹੀਂ ਹੋ ਰਹੇ, ਮੈਂ ਪੈਸੇ ਲਈ ਕਰ ਰਿਹਾ ਕਿ ਨਹੀਂ ਕਰ ਰਿਹਾ, ਇਹ ਚੀਜ਼ਾਂ ਨੂੰ ਕਦੇ ਵੀ ਇਨਕਲੂਡ ਨਹੀਂ ਕੀਤਾ ਜਾਂਦਾ, ਇਹ ਇਹਨਾਂ ਚੀਜ਼ਾਂ ਤੋਂ ਪਰੇ ਹੁੰਦੀ ਆ। ਨੈਕਸਟ ਸਾਡੇ ਕੋਲ ਆ ਗਿਆ, ਕੰਪੈਰੀਜ਼ਨ ਕਰਦੇ ਹਾਂ ਇਕਨੋਮਿਕ ਅਤੇ ਨਾਨ ਇਕਨੋਮਿਕ ਐਕਟੀਵਿਟੀਜ਼ ਦੇ ਨਾਲ। ਫਸਟ ਹੈਗਾ ਵਾ ਇਕਨੋਮਿਕ ਐਕਟੀਵਿਟੀ ਕੀ ਆ, ਕੈਰੀ ਆਊਟ ਫॉर ਦੀ ਏਮ ਆਫ ਟੂ ਦੀ ਮੇਕਿੰਗ ਮਨੀ। ਹੁਣ ਜੇਕਰ ਅਸੀਂ ਇਹਨਾਂ ਵਿੱਚ ਡਿਫਰੈਂਸ਼ੀਏਸ਼ਨ ਕਰਨਾ ਵਾ ਤਾਂ ਜ਼ਰੂਰੀ ਨਹੀਂ ਹੈਗਾ ਵੀ ਜਿਹੜੇ ਅਸੀਂ ਪੁਆਇੰਟ ਲਿਖਿਆ ਤੁਸੀਂ ਉਹਨੂੰ ਹੀ ਐਕਸਪਲੇਨ ਕਰ ਸਕਦੇ ਹੋ। ਅਤੇ ਨਾਨ ਇਕਨੋਮਿਕ ਅਤੇ ਇਕਨੋਮਿਕ ਐਕਟੀਵਿਟੀ ਨੂੰ ਐਕਸਪਲੇਨ ਕਰਨ ਦਾ ਸਭ ਤੋਂ ਵਧੀਆ ਢੰਗ ਇਹ ਆ ਵੀ ਇਕਨੋਮਿਕ ਐਕਟੀਵਿਟੀ ਉਹ ਮੰਨੋ ਜਿਹਦੇ ਨਾਲ ਤੁਹਾਨੂੰ ਕਿਸੇ ਚੀਜ਼ ਦੇ ਵਿੱਚੋਂ ਪੈਸੇ ਅਰਨ ਹੋਣਗੇ, ਅਤੇ ਨਾਨ ਇਕਨੋਮਿਕ ਇਹੋ ਜਿਹੀਆਂ ਜਿਹਦੇ ਵਿੱਚ ਤੁਸੀਂ ਪੈਸਾ ਲਾਓ ਪਰ ਉਹਦੇ ਵਿੱਚ ਕੋਈ ਰਿਟਰਨ ਨਾ ਆਵੇ। ਇਹ ਚੀਜ਼ਾਂ ਸੋਚ ਕੇ ਕਰਨੀਆਂ ਨੇ। ਮੰਨ ਲਓ ਮੈਂ ਇਕਨੋਮਿਕ ਐਕਟੀਵਿਟੀ ਦੇ ਵਿੱਚ ਕੀ ਲੈ ਰਿਹਾ ਵਾਂ, ਸ਼ੌਪ ਨੂੰ ਲੈ ਰਿਹਾ ਵਾਂ ਅਤੇ ਸ਼ੌਪ ਦੇ ਵਿੱਚ ਅਸੀਂ ਪ੍ਰੋਫਿਟ ਅਰਨ ਕਰ ਰਹੇ ਹਾਂ। ਨਾਨ ਇਕਨੋਮਿਕ ਐਕਟੀਵਿਟੀ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਸੇਵਾ ਕਰਨੀ ਹੈ। ਹੁਣ ਕੀ ਹੋਊਗੀ, ਇਹ ਦੇਖੋ ਜਿਹੜਾ ਇਕਨੋਮਿਕ ਐਕਟੀਵਿਟੀ ਹੋਊਗੀ ਉਹਦਾ ਮੇਨ ਮਤਲਬ ਕੀ ਹੋਊਗਾ, ਮੈਂ ਪੈਸੇ ਅਰਨ ਕਰਨੇ ਕਿਉਂਕਿ ਮੈਂ ਆਪਣੀ ਜੀਵਨ ਨੂੰ ਵਧਾਉਣਾ ਵਾ। ਅਤੇ ਜਿਹੜਾ ਨਾਨ ਇਕਨੋਮਿਕ ਐਕਟੀਵਿਟੀ ਆ ਤਾਂ ਮੈਂ ਸਿਰਫ ਕੀ ਆ ਵੀ ਲੋਕਾਂ ਦੀ ਭਲਾਈ ਦੇ ਲਈ ਜਾਂ ਆਪਣੇ ਆਪ ਨੂੰ ਇਮੋਸ਼ਨਲੀ ਸੈਟੀਸਫਾਈ ਕਰਨ ਦੇ ਲਈ ਇਹ ਚੀਜ਼ਾਂ ਕਰਾਂਗਾ। ਅਤੇ ਇਕਨੋਮਿਕ ਐਕਟੀਵਿਟੀ ਦੇ ਵਿੱਚ ਕੀ ਹੋਏਗਾ, ਜੇਕਰ ਮੈਂ ਕੋਈ ਚੀਜ਼ ਕੰਮ ਕਰੂੰਗਾ ਤਾਂ ਮੇਰੇ ਕੋਲ ਪੈਸੇ ਜਨਰੇਟ ਹੋਣਗੇ ਤਾਂ ਮੇਰੀ ਇਨਕਮ ਕੀ ਹੋਏਗੀ, ਵਧੇਗੀ। ਬਟ ਇਹਦੇ ਵਿੱਚ ਮੇਰਾ ਕੋਈ ਇਨਕਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਕਿਉਂਕਿ ਮੈਂ ਇਨਕਮ ਬਾਰੇ ਸੋਚਦਾ ਹੀ ਨਹੀਂ, ਮੈਂ ਸਿਰਫ ਪੈਸੇ ਦਿੰਦਾ ਦਾਨ ਕਰਨ ਵਾਸਤੇ, ਇਹ ਨਹੀਂ ਸੋਚਦਾ ਵੀ ਮੈਨੂੰ ਉੱਥੋਂ ਪੈਸੇ ਦੁੱਗਣੇ ਮਿਲਣਗੇ। ਨੈਕਸਟ ਹੈਗਾ ਵਾ ਵੀ ਜਿਹੜਾ ਇਹਦੇ ਵਿੱਚ
ਇਕਨੋਮਿਕ ਐਕਟੀਵਿਟੀ ਆ ਉਹਦੇ ਵਿੱਚ ਪ੍ਰੋਡਕਸ਼ਨ ਕਰਨੀ ਪੈਂਦੀ ਆ ਅਤੇ ਉਹ ਚੀਜ਼ਾਂ ਜਿਹੜੀਆਂ ਬਣਾਉਂਦੇ ਆ ਅਸੀਂ ਉਹਨੂੰ ਡਿਸਟਰੀਬਿਊਟ ਕਰਦੇ ਹਾਂ। ਬਟ ਇਹਦੇ ਵਿੱਚ ਸਾਡੇ ਕੋਲ ਕੀ ਹੁੰਦਾ ਵਾ, ਅਸੀਂ ਆਪਣੇ ਆਪ ਦੀ ਸਾਈਕੋਲੋਜੀਕਲ ਜਿਹੜੀਆਂ ਸਾਡੀ ਸੈਟਿਸਫੈਕਸ਼ਨ ਹੁੰਦੀ ਆ ਉਹਦੇ ਵੱਲ ਜਾਂਦੇ ਹਾਂ, ਜਾਣੀ ਕਿ ਮਾਈਂਡ ਪੀਸ ਦੇ ਵਿੱਚ ਚਲੇ ਜਾਂਦੇ ਹਾਂ ਵੀ ਸਾਨੂੰ ਕੀ ਆ ਸ਼ਾਂਤੀ ਮਿਲੇ ਅਤੇ ਸਾਡਾ ਮਨ ਸ਼ਾਂਤ ਰਹੇ। ਅਤੇ ਇਹ ਚੀਜ਼ਾਂ ਬਾਰੇ ਅਸੀਂ ਨਾਨ ਇਕਨੋਮਿਕ ਐਕਟੀਵਿਟੀ ਵਿੱਚ ਗੱਲ ਕਰਦੇ ਹਾਂ। ਇਕਨੋਮਿਕ ਐਕਟੀਵਿਟੀ ਜਿਹੜੀ ਹੁੰਦੀ ਆ ਇਹਦੇ ਵਿੱਚ ਸਾਡੇ ਕੋਲ ਕੀ ਹੁੰਦੇ ਆ, ਰਿਸੋਰਸ ਆਫ ਪ੍ਰੋਡਕਸ਼ਨ ਦੀ ਕੀ ਹੁੰਦੀ ਆ, ਘਾਟ ਵੀ ਹੋ ਸਕਦੀ ਆ, ਵੱਧ ਵੀ ਹੋ ਸਕਦੀ ਆ। ਬਟ ਇਹਦੇ ਵਿੱਚ ਕੋਈ ਇੱਦਾਂ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ, ਕਿਉਂਕਿ ਇਹਦੇ ਵਿੱਚ ਸਿਰਫ ਸਾਡੇ ਇਮੋਸ਼ਨ ਅਤੇ ਸੈਂਟੀਮੈਂਟਲ ਜੁੜੇ ਹੁੰਦੇ ਆ। ਆਈ ਹੋਪ ਤੁਹਾਨੂੰ ਇਹਦਾ ਡਿਫਰੈਂਸ ਜਿਹੜਾ ਵਾ ਉਹ ਸਮਝ ਆ ਗਿਆ ਹੋਊਗਾ। ਨੈਕਸਟ ਕਰਦੇ ਹਾਂ ਵੀ ਬਿਜ਼ਨਸ ਜਿਹੜਾ ਵਾ, ਬਿਜ਼ਨਸ ਦੇ ਓਬਜੈਕਟਿਵ ਕੀ ਹੁੰਦੇ, ਬਿਜ਼ਨਸ ਕਿਉਂ ਕੀਤਾ ਜਾਂਦਾ, ਮੇਨ ਮੋਟਿਵ ਕੀ ਹੈ। ਵੀ ਜਿਹੜਾ ਬਿਜ਼ਨਸ ਕੀਤਾ ਜਾਂਦਾ ਉਹਦਾ ਮੇਨ ਮੋਟਿਵ ਕੀ ਆ, ਵੀ ਅਸੀਂ ਕੀ ਆ ਅਰਨ ਕਰਨਾ ਵਾ, ਪੈਸੇ ਅਰਨ ਕਰਨਾ ਵਾ, ਮੇਰਾ ਕੋਈ ਗੋਲ ਹੋਏਗਾ, ਮੇਰਾ ਕੋਈ ਓਬਜੈਕਟਿਵ ਹੋਏਗਾ। ਜਿਵੇਂ ਕਿ ਓਬਜੈਕਟਿਵ ਇਜ਼ ਅ ਪਰਪਸ ਵਿਚ ਹੈਜ਼ ਬੀਨ ਐਕਟੀਵਿਟੀਜ਼ ਇਜ਼ ਅ ਪਰਫੋਰਮਡ ਐਕਟੀਵਿਟੀ ਆਫ ਦੀ ਬਿਜ਼ਨਸ ਆਈਡੈਂਟੀਟੀ ਇਜ਼ ਆਰ ਗਾਈਡਡ ਬਾਈ ਇਟਸ ਗੋਲ ਐਂਡ ਓਬਜੈਕਟ। ਵੀ ਜਿਹੜਾ ਓਬਜੈਕਟ ਕੀ ਹੁੰਦਾ ਉਹ ਕਿਸੇ ਚੀਜ਼ ਦਾ ਉਦੇਸ਼ ਹੁੰਦਾ, ਵੀ ਮੈਂ ਇਹ ਚੀਜ਼ ਕਿਉਂ ਕਰ ਰਿਹਾ, ਮੈਂ ਇਹਦਾ ਮੇਰਾ ਮੂਨ ਮੋਟਿਵ ਕੀ ਆ, ਵੀ ਮੈਂ ਇੱਥੋਂ ਪੈਸੇ ਅਰਨ ਕਰਨੇ ਆ ਜਾਂ ਮੈਂ ਆਪਣੇ ਬਿਜ਼ਨਸ ਐਕਸਪੈਂਡ ਕਰਨਾ ਵਾ, ਤਾਂ ਇਹ ਚੀਜ਼ਾਂ ਨੂੰ ਦੇਖਿਆ ਜਾਂਦਾ ਵਾ। ਨੈਕਸਟ ਹੈਗਾ ਐਵਰੀ ਬਿਜ਼ਨਸ ਹੈਵਸ ਟੂ ਦੀਆਂ ਪ੍ਰਾਇਮਰੀ ਏਮ ਟੂ ਦੀਆਂ ਮੈਕਸੀਮਾਈਜ਼ ਦੇਅਰ ਪ੍ਰੋਫਿਟ ਜੈਟ ਫॉर ਟੂ ਦੀਆਂ ਲੌਂਗ ਟਰਮ ਸਰਵਾਈਵਲ ਐਂਡ ਦੀਆਂ ਗਰੋਥ ਆਫ ਇਟ ਮੀਟ ਟੂ ਦੀਆਂ ਵੇਰੀ ਟੂ ਦੀ ਐਕਸਪੈਕਟੇਸ਼ਨ ਆਫ ਟੂ ਦੀਆਂ ਸਟੇਕ ਹੋਲਡਰਸ। ਵੀ ਜਿਹੜਾ ਬਿਜ਼ਨਸ ਹੁੰਦਾ ਵਾ ਉਹਦਾ ਮੇਨ ਮੋਟਿਵ ਕੀ ਹੁੰਦਾ, ਜੇਕਰ ਮੈਂ ਅੱਜ ਕੋਈ ਦੁਕਾਨ ਖੋਲ੍ਹੀ ਤਾਂ ਮੇਰਾ ਮੇਨ ਮੋਟਿਵ ਕੀ ਹੋਊਗਾ, ਵੀ ਮੈਂ ਪੈਸੇ ਅਰਨ ਕਰਨੇ ਆ, ਪ੍ਰੋਫਿਟ ਅਰਨ ਕਰਨਾ ਵਾ। ਮੈਂ ਇਹ ਸੋਚ ਕੇ ਨਹੀਂ ਕਰਦਾ ਵੀ ਮੈਨੂੰ ਲਾਸ ਹੋਊਗਾ ਜਾਂ ਮੈਂ ਇਹ ਬਿਜ਼ਨਸ ਬੰਦ ਕਰਨਾ ਵਾ। ਮੈਂ ਇਹ ਚੀਜ਼ ਨੂੰ ਸੋਚ ਕੇ ਚੱਲਦਾ ਵਾਂ ਕਿ ਮੈਂ ਬਿਜ਼ਨਸ ਤਾਂ ਕਰ ਰਿਹਾ ਵਾਂ ਤਾਂ ਜੋ ਮੈਂ ਕੀ ਆਪਣੇ ਆਪ ਦੇ ਪ੍ਰੋਫਿਟ ਨੂੰ ਗੇਨ ਕਰਾਂ ਅਤੇ ਮੈਂ ਲੰਬੇ ਸਮੇਂ ਤੱਕ ਆਪਣੇ ਬਿਜ਼ਨਸ ਨੂੰ ਚਲਾ ਸਕਾਂ। ਤਾਂ ਕਰਕੇ ਜਿਹੜਾ ਬਿਜ਼ਨਸ ਦਾ ਓਬਜੈਕਟਿਵ ਕੀ ਆ ਉਹ ਪ੍ਰੋਫਿਟ ਅਰਨ ਕਰਨਾ ਅਤੇ ਲੰਬੇ ਸਮੇਂ ਤੱਕ ਸਰਵਾਈਵ ਕਰਨਾ ਹੁੰਦਾ ਵਾ। ਨੈਕਸਟ ਹੈਗਾ ਵੀ ਟਾਈਪਸ ਆਫ ਬਿਜ਼ਨਸ ਕਿੰਨੇ ਤਰ੍ਹਾਂ ਦੇ ਹੁੰਦੇ ਆ। ਹੁਣ ਜੋ ਬਿਜ਼ਨਸ ਦੀ ਗੱਲ ਕਰੀਏ ਆਪਾਂ ਹੁਣੀ ਗੱਲ ਕੀਤੀ ਹੈ ਇਕਨੋਮਿਕ ਐਕਟੀਵਿਟੀਜ਼ ਟਾਈਪਸ ਆਫ ਬਿਜ਼ਨਸ ਓਬਜੈਕਟਿਵ ਦੀ ਗੱਲ ਕਰੀਏ। ਪਹਿਲਾ ਹੈਗਾ ਇਕਨੋਮਿਕ ਐਕਟੀਵਿਟੀ। ਇਕਨੋਮਿਕ ਓਬਜੈਕਟ ਸਾਡੇ ਕੀ ਹੁੰਦੇ ਆ, ਵੀ ਜਿਹਦੇ ਵਿੱਚ ਅਸੀਂ ਪੈਸੇ ਅਰਨ ਕਰਨ ਬਾਰੇ ਸੋਚਦੇ ਹਾਂ, ਆਪਣੇ ਬਿਜ਼ਨਸ ਵਧਾਉਣ ਦੇ ਬਾਰੇ ਸੋਚਦੇ ਹਾਂ, ਸਾਡੇ ਬਿਜ਼ਨਸ ਦੀ ਗਰੋਥ ਬਾਰੇ ਸੋਚਦੇ ਹਾਂ। ਨੈਕਸਟ ਹੈਗਾ ਸੋਸ਼ਲ ਓਬਜੈਕਟਿਵ। ਸੋਸ਼ਲ ਓਬਜੈਕਟਿਵ ਦੇ ਵਿੱਚ ਕੀ ਆ, ਵੀ ਮੈਂ ਚੀਜ਼ ਦੀ ਜਿਹੜੀ ਵੀ ਚੀਜ਼ ਪ੍ਰੋਡਿਊਸ ਕਰ ਰਿਹਾ ਉਹਦੀ ਕੁਆਲਿਟੀ ਵਧੀਆ ਹੋਣੀ ਚਾਹੀਦਾ ਤਾਂ ਜੋ ਲੋਕ ਉਹ ਤੋਂ ਸੈਟੀਸਫਾਈ ਹੋ ਸਕਣ। ਲੋਕਾਂ ਨੂੰ ਜੋਬ ਪ੍ਰੋਵਾਈਡ ਕਰਵਾਊਂਗਾ ਤਾਂ ਜੋ ਉਹਨਾਂ ਦੀ ਗਰੋਥ ਹੋ ਸਕੇ। ਠੀਕ ਹੈ ਜੀ। ਨੈਕਸਟ ਹੈਗਾ ਵਾ ਔਰਗੈਨਿਕਲ ਓਬਜੈਕਟਿਵ। ਔਰਗੈਨਿਕਲ ਓਬਜੈਕਟਿਵ ਦਾ ਮਤਲਬ ਕੀ ਆ, ਵੀ ਮੈਨੂੰ ਕੀ ਆਪਣੇ ਔਰਗਨਾਈਜੇਸ਼ਨ ਨੂੰ ਕਿਸ ਤਰੀਕੇ ਨਾਲ ਚਲਾਉਣਾ ਵਾ, ਕਿਉਂਕਿ ਹੁਣ ਜਿਹੜਾ ਬਿਜ਼ਨਸ ਹੁੰਦਾ ਉਹ ਇਕੱਲੇ ਬੰਦੇ ਦਾ ਰੋਗ ਨਹੀਂ ਹੁੰਦਾ। ਉਹਦੇ ਵਿੱਚ ਸਾਨੂੰ ਨੰਬਰ ਆਫ ਪਰਸਨਸ ਚਾਹੀਦੇ ਹੁੰਦੇ ਆ ਇੱਕ ਬਿਜ਼ਨਸ ਨੂੰ ਚਲਾਉਣ ਦੇ ਲਈ। ਤਾਂ ਉਹ ਬੰਦਿਆਂ ਨੂੰ ਕਿਸ ਤਰੀਕੇ ਨਾਲ ਮੈਨੇਜ ਕਰਨਾ, ਉਹਨਾਂ ਤੋਂ ਕਿਵੇਂ ਕੰਮ ਲੈਣਾ ਵਾ, ਇਹ ਸਾਰਾ ਕੁਛ ਇਹਦੇ ਵਿੱਚ ਗੱਲ ਕੀਤੀ ਜਾਂਦੀ ਆ। ਨੈਕਸਟ ਹੈਗਾ ਹਿਊਮਨ ਓਬਜੈਕਟਿਵ। ਜਿਹੜੇ ਇੱਕ ਬੰਦੇ ਹੁੰਦੇ ਆ ਜਿਹੜਾ ਵੀ ਬਿਜ਼ਨਸ ਨਾਲ ਜੁੜਿਆ ਵਾ ਉਹਦੇ ਆਪਦੇ ਵੀ ਕੁਛ ਗੋਲ ਹੁੰਦੇ ਆ। ਜਿਵੇਂ ਕਿ ਹੁਣ ਮੈਂ ਕਿਸੇ ਕੰਪਨੀ ਦੇ ਵਿੱਚ ਲੱਗਿਆ ਤਾਂ ਮੇਰਾ ਗੋਲ ਕੀ ਹੋਏਗਾ, ਵੀ ਮੈਂ ਉਹਦੇ ਕੰਪਨੀ ਦੇ ਵਿੱਚ ਹਾਈਐਸਟ ਜੋਬ ਪਰਫੋਰਮ ਕਰਾਂ ਅਤੇ ਉੱਥੋਂ ਕੀ ਆ ਵਧੀਆ ਰਿਵਾਰਡ ਪ੍ਰਾਪਤ ਕਰਾਂ ਅਤੇ ਮੇਰੀ ਜਿਹੜੀ ਸੈਲਰੀ ਆ ਉਹ ਇਨਕਰੀਮੈਂਟ ਹੁੰਦੀ ਰਹੇ, ਮੇਰਾ ਸਟੇਟਸ ਵੱਧਦਾ ਰਹੇ ਅਤੇ ਮੈਂ ਕੀ ਆ ਵਧੀਆ ਵਰਕ ਪਰਫੋਰਮ ਕਰ ਸਕਾਂ। ਇਹ ਹਿਊਮਨ ਓਬਜੈਕਟਿਵਸ ਹੁੰਦੇ ਆ। ਲਾਸਟ ਹੈਗਾ ਨੈਸ਼ਨਲ ਓਬਜੈਕਟਿਵ। ਨੈਸ਼ਨਲ ਓਬਜੈਕਟਿਵ ਕੀ ਹੋਏਗਾ ਬਿਜ਼ਨਸ ਓਬਜੈਕਟਿਵ ਦੇ ਨਾਲ, ਇਹ ਕੀ ਹੁੰਦਾ ਵਾ, ਨੈਸ਼ਨਲ ਓਬਜੈਕਟਿਵ ਉਦੋਂ ਹੋਏਗਾ ਜਦੋਂ ਜਿਵੇਂ ਸਾਡਾ ਬਿਜ਼ਨਸ ਕੀ ਆ ਗਰੋਥ ਕਰੇਗਾ ਤਾਂ ਸਾਡੀ ਨੇਸ਼ਨਲ ਦੇ ਵਿੱਚ ਕੀ ਹੋਏਗਾ, ਉਹ ਟੈਕਸ ਨੂੰ ਕੰਟਰੀਬਿਊਟ ਕਰਨਗੇ ਤਾਂ ਸਾਡਾ ਨੇਸ਼ਨ ਵੀ ਗਰੋਥ ਕਰੇਗਾ। ਤਾਂ ਕਰਕੇ ਜਿਹੜਾ ਬਿਜ਼ਨਸ ਆ ਉਹ ਨੇਸ਼ਨ ਦੇ ਨਾਲ ਵੀ ਇੱਕ ਜੁੜਿਆ ਹੋਇਆ ਪਾਰਟ ਹੈ। ਆਈ ਹੋਪ ਤੁਹਾਨੂੰ ਇਹ ਕਲੀਅਰ ਹੋਇਆ ਹੋਵੇਗਾ। ਨੈਕਸਟ ਇਹਦੇ ਵਿੱਚ ਦੱਸਿਆ ਹੋਇਆ ਵੀ ਜਿਹੜਾ ਇਕਨੋਮਿਕ ਐਕਟੀਵਿਟੀ ਆ ਉਹ ਕਿੰਨੇ ਤਰ੍ਹਾਂ ਦੀਆਂ ਹੁੰਦੇ ਨੇ ਜਾਂ ਕਿਹੜੇ ਮੇਨ ਓਬਜੈਕਟਿਵ ਹੁੰਦਾ। ਪਹਿਲਾ ਹੈਗਾ ਪ੍ਰੋਫਿਟ ਅਰਨ ਕਰਨਾ, ਤੁਹਾਨੂੰ ਦੱਸਿਆ ਵੀ ਜੇਕਰ ਮੈਂ ਕੋਈ ਬਿਜ਼ਨਸ ਸਟਾਰਟ ਕੀਤਾ ਤਾਂ ਪ੍ਰੋਫਿਟ ਲੈ ਕੇ ਚੱਲਾਂਗਾ। ਨੈਕਸਟ ਹੈਗਾ ਵਾ ਮਾਰਕੀਟ ਸਟੈਂਡਰਡਿੰਗ, ਵੀ ਜਾਣੀ ਕਿ ਮੈਂ ਮਾਰਕੀਟ ਦੇ ਵਿੱਚ ਆਪਣਾ ਸਟੈਂਡਰਡ ਬਣਾਉਣਾ ਚਾਹੁੰਦਾ ਵੀ ਤਾਂ ਜੋ ਕੀ ਆ ਵੀ ਸਾਰੇ ਬੰਦੇ ਮੈਨੂੰ ਜਾਣ ਸਕਣ ਅਤੇ ਪਤਾ ਲੱਗ ਸਕੇ ਵੀ ਇਹ ਕੌਣ ਆ ਅਤੇ ਇਹਦਾ ਮਾਰਕੀਟ ਦੇ ਵਿੱਚ ਕਿਹੜੀ ਚੀਜ਼ ਵੇਚ ਰਿਹਾ ਵਾ। ਨੈਕਸਟ ਹੈਗਾ ਇਨੋਵੇਸ਼ਨ, ਵੀ ਚੀਜ਼ ਦੇ ਵਿੱਚ ਕੁਛ ਨਾ ਕੁਛ ਚੇਂਜ ਲੈ ਕੇ ਆਉਣਾ। ਇਹ ਨਹੀਂ ਹੈਗਾ ਵੀ ਜਿਹੜੀ ਚੀਜ਼ ਹੁਣ ਚੱਲ ਪਈ ਤਾਂ ਉਹ ਕੀ ਆ ਉਹਦੇ ਵਿੱਚ ਕੋਈ ਚੇਂਜ ਨਾ ਲਿਆਈਏ, ਤਾਂ ਕਦੀ ਇੱਕ ਟਾਈਮ ਇਹੋ ਜਿਹਾ ਆਵੇਗਾ ਵੀ ਤੁਹਾਡਾ ਪ੍ਰੋਡਕਟ ਕੀ ਆ ਮਾਰਕੀਟ ਦੇ ਵਿੱਚ ਨਹੀਂ ਸੇਲ ਆਊਟ ਹੋਏਗਾ। ਜਿਵੇਂ ਕਿ ਫੋਰ ਐਗਜ਼ਾਮਪਲ ਵੀ ਅਸੀਂ ਮੋਬਾਈਲ ਫੋਨ ਦੇ ਵਿੱਚ ਲੈਂਦੇ ਹਾਂ। ਮੋਬਾਈਲ ਫੋਨ ਦੇ ਵਿੱਚ ਜਿਵੇਂ ਸਾਡੇ ਪੇਰੈਂਟਸ ਸੀ ਉਹ ਕੀਪੈਡ ਵਾਲੇ ਫੋਨ ਯੂਜ਼ ਕਰਦੇ ਸੀ। ਜੇਕਰ ਉਹ ਰੈਨੋਵੇਟ ਨਾ ਹੁੰਦਾ ਜਾਂ ਉਹਦੇ ਵਿੱਚ ਇਨੋਵੇਸ਼ਨ ਨਵੀਆਂ ਤਕਨੀਕਾਂ ਨਾ ਆਉਂਦੀਆਂ ਤਾਂ ਕੀ ਹੁੰਦਾ ਵੀ ਅਸੀਂ ਕੀਪੈਡ ਵਾਲੇ ਫੋਨ ਦੇ ਵਿੱਚ ਹੀ ਰਹਿ ਜਾਂਦੇ ਅਤੇ ਸਾਡਾ ਜਿਹੜਾ ਇੰਟਰਨੈਟ ਸੀ ਉਹ ਕਦੇ ਵੀ 4G ਜਾਂ 5G ਬਾਰੇ ਅਸੀਂ ਸੋਚ ਹੀ ਨਹੀਂ ਸਕਦੇ ਸੀ। ਤਾਂ ਇਨੋਵੇਸ਼ਨ ਬਹੁਤ ਜ਼ਰੂਰੀ ਆ ਕੋਈ ਵੀ ਇਕਨੋਮਿਕ ਐਕਟੀਵਿਟੀ ਕਰਨ ਲੱਗੇ। ਫਿਰ ਹੈਗਾ ਪ੍ਰੋਡਕਟਿਵਿਟੀ, ਵੀ ਆਪਣਾ ਕੀ ਆ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰੋ। ਜੇ ਤੁਹਾਡਾ ਪ੍ਰੋਡਕਸ਼ਨ ਇਨਕਰੀਜ਼ ਹੋ ਗਈ ਤਾਂ ਇਹ ਓਬਵੀਅਸ ਆ ਵੀ ਜੇਕਰ ਤੁਹਾਡੀ ਪ੍ਰੋਡਕਸ਼ਨ ਇਨਕਰੀਜ਼ ਹੋਊ ਤੁਹਾਡੇ ਕੋਲ ਗੁੱਡਸ ਵਧਣਗੀਆਂ ਤਾਂ ਤੁਹਾਡੇ ਕੋਲ ਸੇਲ ਕਰਨ ਦੇ ਵੀ ਚਾਂਸਿਸ ਜ਼ਿਆਦਾ ਵੱਧ ਜਾਣਗੇ। ਨੈਕਸਟ ਹੈਗਾ ਫਿਜ਼ੀਕਲ ਐਂਡ ਫਾਈਨੈਂਸ ਰਿਸੋਰਸ, ਵੀ ਤੁਹਾਡੇ ਕੋਲ ਕੀ ਆ ਲੇਬਰ ਵੀ ਹੋਣੀ ਚਾਹੀਦੀ ਆ, ਦੂਜਾ ਤੁਹਾਡੇ ਕੋਲ ਪੈਸੇ ਵੀ ਹੋਣੇ ਚਾਹੀਦੇ ਆ ਜਿਹਦੇ ਉੱਤੇ ਖਰਚ ਕਰਕੇ ਤੁਸੀਂ ਆਪਣੀ ਪ੍ਰੋਡਕਸ਼ਨ ਨੂੰ ਵਧਾਓ ਅਤੇ ਆਪਣੇ ਸੇਲ ਨੂੰ ਵਧਾਉਣ ਬਾਰੇ ਸੋਚ ਸਕਦੇ ਹੋ। ਨੈਕਸਟ ਹੈਗਾ ਸਾਡਾ ਸੋਸ਼ਲ ਓਬਜੈਕਟਿਵ। ਸੋਸ਼ਲ ਓਬਜੈਕਟਿਵ ਦੇ ਅਸੀਂ ਸੋਸਾਇਟੀ ਦੇ ਬਾਰੇ ਗੱਲ ਕਰਦੇ ਹਾਂ ਵੀ ਸੋਸਾਇਟੀ ਦੇ ਵਿੱਚ ਕਿਸ ਤਰੀਕੇ ਨਾਲ ਚੱਲਣਾ ਵਾ, ਸੋਸਾਇਟੀ ਦੇ ਵਿੱਚ ਕਿਹੜੀਆਂ ਚੀਜ਼ਾਂ ਪ੍ਰੋਵਾਈਡਸ ਕਰਨੀਆਂ, ਸੋਸਾਇਟੀ ਦੀਆਂ ਜਿਹੜੀਆਂ ਜ਼ਰੂਰਤਾਂ ਉਹਨਾਂ ਨੂੰ ਕਿਸ ਤਰੀਕੇ ਨਾਲ ਫੁਲਫਿਲ ਕੀਤਾ ਜਾਵੇ। ਜਿਵੇਂ ਫਸਟ ਹੈਗਾ ਸਪਲਾਈ ਆਫ ਦੀ ਡਿਜ਼ਾਇਰੇਬਲ ਗੁੱਡਸ
ਡਿਜ਼ਾਇਰਡ ਗੁਡਸ ਐਂਡ ਸਰਵਿਸਿਜ਼, ਵੀ ਜਿਹੜੀ ਲੋਕਾਂ ਨੂੰ ਜਿਸ ਚੀਜ਼ ਦੀ ਲੋੜ ਆ ਜਾਂ ਸੇਵਾਵਾਂ ਦੀ ਲੋੜ ਆ ਉਹ ਚੀਜ਼ਾਂ ਉਹਨਾਂ ਨੂੰ ਪ੍ਰੋਵਾਈਡ ਕੀਤੀਆਂ ਜਾਣੇ, ਸਾਡੀ ਸੋਸ਼ਲ ਰਿਸਪੌਂਸੀਬਿਲਟੀ ਬਣਦੀ ਹੈ ਇੱਕ ਬਿਜ਼ਨਸ ਦੀ। ਨੈਕਸਟ ਹੈਗਾ ਸੋਸ਼ਲ ਐਂਡ ਫੇਅਰ ਟ੍ਰੇਡਿੰਗ ਪ੍ਰੈਕਟਿਸ, ਵੀ ਕਿਸੇ ਨਾਲ ਕੋਈ ਧੋਖਾਧੜੀ ਨਾ ਕੀਤੀ ਜਾਵੇ, ਵੀ ਜਿਹੜਾ ਸਾਡਾ ਬਿਜ਼ਨਸ ਆ ਉਹਦੇ ਵਿੱਚ ਇੱਕ ਸਹੀ ਰੂਲ ਰੈਗੂਲੇਸ਼ਨ ਦੇ ਅਕੋਰਡਿੰਗ ਅਸੀਂ ਸਾਰੀਆਂ ਸੇਲ ਪਰਚੇਸ ਕਰੀਏ। ਇੰਪਲੋਇਮੈਂਟ ਓਪਰਚੁਨਿਟੀ, ਲੋਕਾਂ ਨੂੰ ਕੀ ਆ ਰੁਜ਼ਗਾਰ ਦੇ ਮੌਕੇ ਦਿਓ ਤਾਂ ਜੋ ਸਾਡੇ ਨਾਲ ਜੁੜਨ ਅਤੇ ਹੋਰ ਵੀ ਜ਼ਿਆਦਾ ਜੋਬਸ ਕ੍ਰੀਏਟ ਹੋਣ ਤਾਂ ਜੋ ਉਹ ਆਪਣੀ ਜੋਬਸ ਨੂੰ ਵਧੀਆ ਢੰਗ ਨਾਲ ਸਪੈਂਡ ਕਰ ਸਕਣ। ਨੈਕਸਟ ਹੈਗਾ ਵੈਲਫੇਅਰ ਆਫ ਇੰਪਲੋਈਜ਼, ਲੋਕਾਂ ਦੇ ਭਲਾਈ ਬਾਰੇ ਵੀ ਸੋਚੋ। ਇਹ ਨਹੀਂ ਹੈਗਾ ਵੀ ਅਸੀਂ ਉਹਨਾਂ ਤੋਂ ਕੰਮ ਲਈ ਜਾ ਰਹੇ ਹਾਂ ਪਰ ਉਹਨਾਂ ਨੂੰ ਕਦੀ ਰੈਸਟ ਨਹੀਂ ਦੇਣਾ ਜਾਂ ਉਹਨਾਂ ਨੂੰ ਕੋਈ ਰਿਲੀਫ ਨਹੀਂ ਦੇਣੀ, ਕੋਈ ਛੁੱਟੀਆਂ ਨਹੀਂ ਦੇਣੀਆਂ, ਤਾਂ ਇਹ ਪ੍ਰੋਬਲਮ ਕ੍ਰੀਏਟ ਕਰਦੀਆਂ ਨੇ। ਨੈਕਸਟ ਹੈਗਾ ਸੋਸ਼ਲ ਵੈਲਫੇਅਰ, ਲੋਕਾਂ ਦੀ ਭਲਾਈ ਬਾਰੇ ਜਾਂ ਸਮਾਜ ਦੀ ਭਲਾਈ ਬਾਰੇ ਵੀ ਸੋਚਣਾ ਤਾਂ ਜੋ ਕੀ ਆ ਵੀ ਬਿਜ਼ਨਸ ਸਿਰਫ ਇਹ ਨਹੀਂ ਹੈਗਾ ਵੀ ਤੁਸੀਂ ਪ੍ਰੋਫਿਟ ਅਰਨ ਕਰ ਲਿਆ ਤਾਂ ਤੁਹਾਡੀ ਗਰੋਥ ਹੋਣ ਲੱਗ ਜਾਏਗੀ, ਤੁਹਾਨੂੰ ਇਹ ਚੀਜ਼ਾਂ ਨੇ ਵੀ ਕੰਸੀਡਰ ਕਰਨਾ ਪੈਂਦਾ। ਆਪਣੇ ਸੋਸ਼ਲ ਜਿਹੜੀਆਂ ਲਾਈਫਸ ਨੇ ਜਾਣੀ ਕਿ ਸੋਸ਼ਲ ਦੇ ਨਾਲ ਇੰਟਰੈਕਸ਼ਨ ਕਰਨੀ ਪੈਂਦੀ ਹੈ, ਸੋਸ਼ਲ ਲਾਈਫ ਨੂੰ ਵਧੀਆ ਬਣਾਉਣਾ ਪੈਂਦਾ, ਤਾਂ ਇਹ ਜ਼ਰੂਰੀ ਨੇ। ਨੈਕਸਟ ਹੈਗਾ ਵਾ ਨੈਕਸਟ ਸਾਡਾ ਜਿਹੜਾ ਟੌਪਿਕ ਆ ਉਹ ਇੱਥੇ ਖਤਮ ਹੁੰਦਾ ਵਾ। ਨੈਕਸਟ ਜਿਹੜਾ ਹੋਏਗਾ ਉਹ ਸੈਕਿੰਡ ਪਾਰਟ ਦੇ ਵਿੱਚ ਅਸੀਂ ਜਿਹੜਾ ਚੱਲਾਂਗੇ ਅਤੇ ਉਹਦੇ ਵਿੱਚ ਅਸੀਂ ਨੈਕਸਟ ਇਹ ਬਿਜ਼ਨਸ ਸਟੱਡੀ ਦੇ ਜਿਹੜੇ ਟੌਪਿਕਸ ਨੇ ਉਹਨਾਂ ਬਾਰੇ ਡਿਸਕਸ ਕਰਾਂਗੇ। ਜਿਹੜੇ ਬੱਚੇ ਇਸ ਵੀਡੀਓ ਨੂੰ ਦੇਖ ਰਹੇ ਨੇ ਤਾਂ ਜਿਹੜੇ ਮੈਂ ਤੁਹਾਨੂੰ ਇੱਥੇ ਸਾਰੀਆਂ ਚੀਜ਼ਾਂ ਦਿੱਤੀਆਂ ਨੇ ਤਾਂ ਇਹ ਕਾਪੀਜ਼ ਦੇ ਉੱਤੇ ਨੋਟ ਡਾਊਨ ਕਰ ਸਕਦੇ ਹੋ ਤੁਸੀਂ, ਇਹਨਾਂ ਨੂੰ ਤੁਸੀਂ ਆਪਣੀ ਲੈਂਗੁਏਜ ਦੇ ਵਿੱਚ ਵੀ ਲਿਖ ਸਕਦੇ ਹੋ। ਜ਼ਰੂਰੀ ਨਹੀਂ ਹੈਗਾ ਵੀ A to Z ਤੁਸੀਂ ਇੰਗਲਿਸ਼ ਦੇ ਵਿੱਚ ਲਿਖਣਾ ਵਾ। ਤੁਸੀਂ ਜਿਹੜੇ ਪੁਆਇੰਟਸ ਦਿੱਤੇ ਨੇ, ਜਿਵੇਂ ਫਸਟ ਪੁਆਇੰਟ ਦਿੱਤਾ ਹੈ ਸਪਲਾਈ ਆਫ ਡਿਜ਼ਾਇਰ ਡਿਮਾਂਡਸ ਐਂਡ ਸਰਵਿਸਿਜ਼, ਤੁਸੀਂ ਇਹ ਪੁਆਇੰਟਸ ਲਿਖ ਕੇ ਤੁਸੀਂ ਇਹਨਾਂ ਨੂੰ ਪੰਜਾਬੀ ਦੇ ਵਿੱਚ ਵੀ ਲਿਖ ਸਕਦੇ ਹੋ ਅਤੇ ਆਪਣੀ ਲੈਂਗੁਏਜ ਦੇ ਵਿੱਚ, ਤਾਂ ਜੋ ਤੁਸੀਂ ਇਹਨੂੰ ਈਜ਼ੀਲੀ ਸਮਝ ਸਕੋ। ਜ਼ਰੂਰੀ ਨਹੀਂ ਹੈ ਵੀ ਅਸੀਂ ਹਿੱਟ ਐਂਡ ਟਰਾਇਲ ਰੂਲਸ ਉੱਤੇ ਚੱਲਣਾ ਜਾਂ ਕ੍ਰੈਮ ਹੀ ਕਰਕੇ ਚੱਲਣਾ ਵਾ, ਇਹ ਜ਼ਰੂਰੀ ਨਹੀਂ ਹੁੰਦਾ। ਤੁਸੀਂ ਆਪਣੇ ਕੋਲੋਂ ਵੀ ਲੈਂਗੁਏਜ ਦੇ ਵਿੱਚ ਲਿਖ ਸਕਦੇ ਹੋ, ਆਪਣੇ ਅਕੋਰਡਿੰਗ ਆਪਣੇ ਥੋਟਸ ਵੀ ਲਿਖ ਸਕਦੇ ਹੋ, ਕਿਉਂਕਿ ਇਹ ਸਾਰੀਆਂ ਚੀਜ਼ਾਂ ਇੱਕ ਹਿਊਮਨ ਮੇਡਸ ਨੇ। ਇਹ ਜ਼ਰੂਰੀ ਨਹੀਂ ਹੈਗਾ ਵੀ ਅਸੀਂ ਕੀ ਆ ਵੀ ਜਿਹੜੀਆਂ ਚੀਜ਼ਾਂ ਲਿਖੀਆਂ ਨੇ ਉਹ ਸਾਰੀਆਂ ਰਾਈਟ ਨੇ। ਤੁਸੀਂ ਆਪਣੇ ਮਾਈਂਡ ਦੇ ਅਕੋਰਡਿੰਗ ਆਪਣੇ ਮਾਈਂਡ ਸੈਟਅਪ ਕਰਕੇ ਤੁਸੀਂ ਆਪਣੇ ਪੁਆਇੰਟ ਵੀ ਬਣਾ ਸਕਦੇ ਹੋ। ਆਈ ਹੋਪ ਤੁਹਾਨੂੰ ਇਹ ਜਿਹੜਾ ਸੈਸ਼ਨ ਆ ਉਹ ਵਧੀਆ ਲੱਗਿਆ ਹੋਵੇਗਾ। ਇਹ ਬਿਜ਼ਨਸ ਸਟੱਡੀ ਦਾ ਫਸਟ ਸੈਸ਼ਨ ਸੀ ਜਿਹਦੇ ਵਿੱਚ ਅਸੀਂ ਫਸਟ ਚੈਪਟਰ ਦੇ ਰਿਲੇਟਡ ਗੱਲ ਕੀਤੀ। ਨੈਕਸਟ ਸੈਸ਼ਨ ਦੇ ਵਿੱਚ ਅਸੀਂ ਫਰਦਰ ਅੱਗੇ ਵਧਾਂਗੇ ਅਤੇ ਇਸ ਤਰੀਕੇ ਨਾਲ ਅਸੀਂ ਜਿਹੜੇ ਬਿਜ਼ਨਸ ਸਟੱਡੀ ਨੂੰ ਵੀ ਮੈਂ ਆਪਣੇ YouTube ਚੈਨਲ ਦੇ ਉੱਤੇ ਤੁਹਾਨੂੰ ਇਹਦੇ ਰਿਲੇਟਡ ਵੀ ਵੀਡੀਓ ਪਾਉਂਦਾ ਰਹਾਂਗਾ। ਜੇਕਰ ਤੁਹਾਨੂੰ ਇਹ ਸੈਸ਼ਨ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਵੱਧ ਤੋਂ ਵੱਧ ਲੋਕ ਮੇਰੇ YouTube ਚੈਨਲ ਦੇ ਨਾਲ ਜੁੜੋ। ਥੈਂਕਸ ਅ ਲੋਟ ਐਂਡ ਜਸਟ ਡੂ ਇਟ ਫॉर ਅ ਬ੍ਰਾਈਟ ਫਿਊਚਰ।